ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਹਿਜ਼ਾਦਾ ਮੁਅੱਜ਼ਮ ਦੀ ਚੜ੍ਹਾਈ। ਹੁਸੈਨੀ ਦੇ ਮਰਨ ਦੀ ਖਬਰ ਲਾਹੌਰ ਪੁੱਜੀ ਤਾਂ ਦਿਲਾਵਰ ਖਾਂ ਸੂਬੇ ਨੇ ਇੱਕ ਪਾਸੇ ਤਾਂ ਗੁਰੂ ਜੀ ਦੀ ਵਧ ਰਹੀ ਤਾਕਤ ਬਾਰੇ ਬਾਦਸ਼ਾਹ ਨੂੰ ਖਬਰ ਭੇਜੀ, ਦੂਜੇ ਪਾਸੇ ਆਪ ਹੋਰ ਤਿਆਰੀਆਂ ਕਰਨ ਲੱਗਾ। ਅੱਗੇ 2 ਵਾਰ ਉਸ ਨੂੰ ਹਾਰ ਤੇ ਭਾਰੀ ਨੁਕਸਾਨ ਉਠਾਉਣਾ ਪਿਆ ਸੀ। ਭਾਵੇਂ ਉਹ ਨਾਮਣਾ ਖੱਟਣ ਲਈ ਤਿਆਰੀਆਂ ਤਾਂ ਕਰ ਰਿਹਾ ਸੀ, ਪਰ ਨਾਲ ਬਾਦਸ਼ਾਹੀ ਹੁਕਮ ਦੀ ਉਡੀਕ ਵਿੱਚ ਵੀ ਸੀ। ਔਰੰਗਜ਼ੇਬ ਕਈ ਸਾਲਾਂ ਤੋਂ ਦੱਖਣ ਵਿੱਚ ਗਿਆ ਹੋਇਆ ਸੀ ਤੇ ਉੱਥੇ ਉਹ ਬੀਜਾਪੁਰ ਦੇ ਨਵਾਬ ਦੀ ਬਗਾਵਤ ਦਬਾਉਣ ਦਾ ਯਤਨ ਕਰ ਰਿਹਾ ਸੀ, ਪਰ ਮਰਹੱਟਿਆਂ ਦੀ ਮਦਦ ਕਰਕੇ ਔਰੰਗਜ਼ੇਬ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਵਫ਼ਦ ਨਹੀਂ ਸੀ ਕਰ ਸਕਿਆ ਤੇ ਦੱਖਣ ਵਿੱਚ ਹੀ ਅੰਤ ਉਸ ਦੀ ਮੌਤ ਹੋਈ। ਪਰ ਦਿੱਲੀ ਆਗਰੇ ਦੇ ਵੱਡੇ ਸੂਬੇਦਾਰਾਂ ਰਾਹੀਂ ਉਸ ਦੇ ਹੁਕਮ ਦਾ ਬੋਲਬਾਲਾ ਸੀ। ਭਾਵੇਂ ਉਸ ਨੂੰ ਭੰਗਾਣੀ ਦੇ ਯੁੱਧ ਦੀ ਰਿਪੋਰਟ ਤੇ ਗੁਰੂ ਜੀ ਦੀ ਵੱਡੀ ਫਤਿਹ ਦੀ ਰਿਪੋਰਟ ਮਿਲ ਚੁੱਕੀ ਸੀ, ਪਰ ਉਸ ਨੇ ਸਿੱਧੇ ਤੌਰ ਤੇ ਗੁਰੂ ਜੀ ਵਿਰੁੱਧ ਇੰਨਾ ਹੀ ਹੁਕਮ ਦਿੱਤਾ ਕਿ ਅਨੰਦਪੁਰੀ ਗੁਰੂ ਦੇ ਸਿੱਖਾਂ ਦੀ ਗਿਣਤੀ ਵਧਣ ਵਿੱਚ ਰੋਕ ਪਾਓ ਤੇ ਉਸ ਦੀਆਂ ਸਰਗਰਮੀਆਂ ਵਧਣ ਨਾ ਦਿਓ। ਪਰ ਭੰਗਾਣੀ ਤੋਂ ਬਾਅਦ ਨਦਾਉਣ ਫਿਰ ਦਿਲਾਵਰ ਖਾਂ ਦੇ ਪੁੱਤਰ ਦਾ ਰਾਤੋਂ ਰਾਤ ਬਿਨਾਂ ਲੜਾਈ ਭੱਜਣਾ ਤੇ ਡਰ ਦੇ ਮਾਰੇ ਜੋ ਜੰਗੀ ਸਮਾਨ ਦਾਰੂ ਸਿੱਕਾ ਨਾਲ ਲਿਆਇਆ ਸੀ ਉਹ ਵੀ ਉੱਥੇ ਹੀ ਛੱਡ ਜਾਣਾ, ਫਿਰ ਹੁਸੈਨੀ ਤੇ ਕਿਰਪਾਲ ਕਟੋਚੀਏ ਦੇ ਗੁਲੇਰ ਵਿੱਚ ਗੁਰੂ ਜੀ ਦੇ ਬਹਾਦਰ ਸਿੱਖ ਭਾਈ ਸੰਗਤੀਏ ਦੇ ਹੱਥੋਂ ਮਰਨਾ ਆਦਿ ਇਹੋ ਜਿਹੀਆਂ ਸਰਗਰਮੀਆਂ ਸਨ ਕਿ ਉਸ ਨੂੰ ਇਸ ਪਾਸੇ ਧਿਆਨ ਦੇਣਾ ਪਿਆ ਤੇ ਉਸ ਨੇ ਗੁਰੂ ਜੀ ਤੇ ਪਹਾੜੀਆਂ ਤੋਂ ਕਰ ਉਗਰਾਉਣ ਲਈ ਆਪਣੇ ਪੁੱਤਰ ਸ਼ਹਿਜ਼ਾਦਾ ਮੁਅੱਜ਼ਮ ਬਹਾਦਰ ਸ਼ਾਹ ਨੂੰ ਇਸ ਕੰਮ ਲਈ ਮੁਕਰਰ ਕਰ ਦਿੱਤਾ। ਉੱਧਰ ਇਸ ਸਮੇਂ ਤੱਕ ਅਨੰਦਪੁਰ ਵਿੱਚ ਜੰਗੀ ਸਿੱਖਾਂ ਦੀ ਗਿਣਤੀ ਵੱਧ ਰਹੀ ਸੀ ਤੇ ਨਾਲ ਹੀ ਵਿੱਦਿਆ ਤੇ ਸਾਹਿਤ ਦਾ ਕੇਂਦਰ ਵੀ ਬਣ ਚੁੱਕਾ ਸੀ। ਸੰਮਤ 1752-53 ਦੇ ਵਿੱਚ ਸ਼ਹਿਜ਼ਾਦਾ ਮੁਅੱਜ਼ਮ ਲਾਹੌਰ ਪੁੱਜ ਗਿਆ। ਲਾਹੌਰ ਦੇ ਸੂਬੇ ਨੇ ਪਹਾੜੀਆਂ ਦੀ ਬਗਾਵਤ ਦਾ ਜ਼ਿੰਮੇਵਾਰ ਗੁਰੂ ਜੀ ਨੂੰ ਠਹਿਰਾਇਆ ਤੇ ਅਲਫ ਖਾਂ ਦੀ ਸ਼ਿਕਸਤ ਤੇ ਹੁਸੈਨੀ ਆਦਿ ਦੇ ਮਾਰੇ ਜਾਣ ਦਾ ਸਾਰਾ ਹਾਲ ਦੱਸਿਆ। ਪਰ ਸ਼ਹਿਜ਼ਾਦੇ ਦਾ ਮੀਰ ਮੁਨਸ਼ੀ ਭਾਈ ਨੰਦ ਲਾਲ ਇਸ ਸਮੇਂ ਨਾਲ ਹੀ ਸੀ, ਜੋ ਮੁਲਤਾਨ ਦੀ ਰਿਹਾਇਸ਼ ਦੇ ਸਮੇਂ ਤੋਂ ਹੀ ਗੁਰੂ ਜੀ ਦੀ ਸੋਭਾ ਦਾ ਹਾਲ ਸੁਣ ਰਿਹਾ ਸੀ। ਪੜ੍ਹਿਆ ਲਿਖਿਆ ਤੇ ਵਿਦਵਾਨ ਭਾਈ ਨੰਦ ਲਾਲ ਸਮੇਂ ਦੀ ਰਮਜ ਨੂੰ ਪਛਾਣਨ ਵਾਲਾ ਵਿਦਵਾਨ ਸੀ। ਸ਼ਹਿਜ਼ਾਦਾ ਮੁਅੱਜ਼ਮ ਉਸ ਦੀ ਸਿਆਣਪ ਦਾ ਕਾਇਲ ਸੀ ਤੇ ਕੋਈ ਵੀ ਕੰਮ ਨੰਦ ਲਾਲ ਜੀ ਦੀ ਸਲਾਹ ਤੋਂ ਬਿਨਾਂ ਨਹੀਂ ਸੀ ਕਰਦਾ। ਪਰ ਇਸ ਸਮੇਂ ਠੀਕ ਤੇ ਨੇਕ ਸਲਾਹ ਨੇ ਸ਼ਹਿਜ਼ਾਦਾ ਮੁਅੱਜ਼ਮ ਦੀ ਕਰੋਪੀ ਦਾ ਰੁਖ ਹੀ ਗੁਰੂ ਜੀ ਵੱਲੋਂ ਮੋੜ ਕੇ ਕੇਵਲ ਪਹਾੜੀਆਂ ਵੱਲ ਕਰ ਦਿੱਤਾ। ਲਾਹੌਰ ਦੇ ਸੂਬੇ ਨੇ ਤਾਂ ਪਿਛਲੀਆਂ 1-2 ਹਾਰਾਂ ਤੇ 2-4 ਸਾਲਾਂ ਦੇ ਹਾਲ ਦੱਸ ਕੇ ਹੀ ਸ਼ਹਿਜ਼ਾਦੇ ਨੂੰ ਗੁਰੂ ਜੀ ਵਿਰੁੱਧ ਉਕਸਾਇਆ ਸੀ, ਪਰ ਨੰਦ ਲਾਲ ਜੀ ਨੇ ਸ਼ਹਿਜ਼ਾਦੇ ਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਨਾਨਕ ਦਾ ਰੂਪ ਦਿਖਾ ਦਿੱਤਾ। ਗੁਰੂ ਨਾਨਕ ਦੇਵ ਜੀ ਨੇ ਜਿਵੇਂ ਬਾਬਰ ਨੂੰ 7 ਬਾਦਸ਼ਾਹੀਆਂ ਦਾ ਵਰ ਦਿੱਤਾ ਤੇ ਫਿਰ ਸ਼ੇਰ ਸ਼ਾਹ ਸੂਰੀ ਵੱਲੋਂ ਬਾਦਸ਼ਾਹੀ ਖੋਹਣ ਉਪਰੰਤ ਹਮਾਯੂ ਦਾ ਗੁਰੂ ਅੰਗਦ ਦੇਵ ਜੀ ਦੇ ਬਰਾਬਰ ਵਿੱਚ ਪੁੱਜ ਕੇ ਜਿਵੇਂ ਬਾਦਸ਼ਾਹੀ ਮੁੜ ਪ੍ਰਾਪਤ ਕਰਨ ਦਾ ਵਰ ਲਿਆ, ਉਹ ਗੱਲ ਵੀ ਬੜੀ ਵਿਦਵਤਾ ਨਾਲ ਸਮਝਾਈ। ਫਿਰ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਵਾਲੇ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਬੰਦ ਕਰਨ ਵਾਲੇ ਜਹਾਂਗੀਰ ਦੀ ਗੱਲ ਸੁਣਾ ਕੇ ਫਿਰ ਉਸ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਕਿਵੇਂ ਪਿਆਰ ਹੋਇਆ ਤੇ ਬਾਕੀ ਉਮਰ ਉਸ ਨੇ ਗੁਰੂ ਜੀ ਦੇ ਨਾਲ ਪ੍ਰੇਮ ਨਾਲ ਬਿਤਾਈ ਤੇ ਮੰਨ ਲਿਆ ਕਿ ਗੁਰੂ ਘਰ ਦੀ ਉੱਚਤਾ ਅਗਮ ਤੇ ਅਗਾਧ ਹੈ। ਇਸੇ ਤਰ੍ਹਾਂ ਭਾਈ ਨੰਦ ਲਾਲ ਜੀ ਨੇ ਇਸ ਸਮੇਂ ਔਰੰਗਜ਼ੇਬ ਦਾ ਦੱਖਣ ਦੀ ਜੰਗ ਵਿੱਚ ਰੁੱਝੇ ਰਹਿਣਾ ਤੇ ਫਤਿਹ ਨਸੀਬ ਨਾ ਹੋਣੀ, ਇਸ ਦਾ ਕਾਰਨ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਪ੍ਰਤੱਖ ਚਮਤਕਾਰਾ ਦੱਸ ਕੇ ਐਸੇ ਪ੍ਰੇਮ ਤੇ ਪਿਆਰ ਨਾਲ ਸ਼ਹਿਜ਼ਾਦੇ ਨੂੰ ਪ੍ਰੇਰਿਆ ਕਿ ਲਾਹੌਰ ਦੇ ਸੂਬੇ ਦੀਆਂ ਗੱਲਾਂ ਦੀ ਜ਼ਹਿਰ ਮੁਅੱਜ਼ਮ ਦੇ ਮਨ ਵਿੱਚੋਂ ਕੱਢ ਕੇ ਉੱਥੇ ਗੁਰੂ ਜੀ ਦੀ ਪ੍ਰਭਿਤਾ ਦਾ ਸਿੱਕਾ ਬਿਠਾ ਦਿੱਤਾ। ਇਹੋ ਕਾਰਨ ਸੀ ਕਿ ਸ਼ਹਿਜ਼ਾਦਾ ਮੁਅੱਜ਼ਮ ਨੇ ਆਪ ਲਾਹੌਰ ਰਹਿ ਕੇ
ਮਿਰਜ਼ਾ ਬੇਗ ਦੀ ਕਮਾਨ ਹੇਠ ਪਹਾੜੀਆਂ ਨੂੰ ਸੋਧਣ ਲਈ ਫੌਜ ਭੇਜ ਦਿੱਤੀ ਤੇ ਨੰਦ ਲਾਲ ਜੀ ਨੂੰ ਗੁਰੂ ਜੀ ਨਾਲ ਮੁਲਾਕਾਤ ਕਰਕੇ ਗੁਰੂ ਜੀ ਦੇ ਇਸ ਸਮੇਂ ਦੇ ਰੂਹਾਨੀ ਜਾਹੋ ਜਲਾਲ ਬਾਰੇ ਹੋਰ ਹਾਲਾਤ ਪਤਾ ਕਰਨ ਲਈ ਭੇਜ ਦਿੱਤਾ। ਸ਼ਹਿਜ਼ਾਦਾ ਦੇ ਭੇਜੇ ਫੌਜਦਾਰ ਨੇ ਪਹਾੜਾਂ ਵਿੱਚ ਉਹ ਕਤਲੇਆਮ ਤੇ ਸਾੜ ਫੂਕ ਕੀਤੀ ਕਿ ਉਹਨਾਂ ਦੀ ਗੁਰੂ ਸਾਹਿਬਾਂ ਵਿਰੁੱਧ ਕੀਤੀਆਂ ਮੰਦ ਕਰਨੀਆਂ ਦਾ ਉਹਨਾਂ ਨੂੰ ਫਲ ਭੋਗਣਾ ਪੈ ਗਿਆ। ਗੁਰੂ ਜੀ ਨੇ ਬਚਿੱਤਰ ਨਾਟਕ ਵਿੱਚ ਲਿਖਿਆ ਹੈ, ਜੋ ਬਾਬੇ ਕੇ दाम न दे हैं तिनके ग्रह बाबर के लय हैं दे दे तिनको बड़ी सजाए पुन लय हैं ग्रह लुट तनाए बाबे के बाबर के दोऊ आप करे परमेश्वर सोऊ दीन सा इनको पहचानो दुनीपत उनको अनुमानो। ਉਪਰੋਕਤ ਤੁਕਾਂ ਤੋਂ ਕਈ ਵੀਰਾਂ ਨੂੰ ਜਾਪਿਆ ਹੈ ਕਿ ਗੁਰੂ ਜੀ ਨਾਲ ਇਸ ਸਮੇਂ ਅੰਦਰੋਂ ਅੰਦਰ ਕੋਈ ਸਮਝੌਤਾ ਹੋ ਗਿਆ ਸੀ, ਪਰ ਅਸਲ ਵਿੱਚ ਇਹ ਸਾਰੀ ਸੱਚਾਈ ਭਾਈ ਨੰਦ ਲਾਲ ਜੀ ਵੱਲੋਂ ਸ਼ਹਿਜ਼ਾਦਾ ਮੁਅੱਜ਼ਮ ਨੂੰ ਗੁਰੂ ਜੀ ਬਾਰੇ ਸਮਝਾ ਦੇਣਾ ਹੀ ਸੀ ਤੇ ਅੰਦਰ ਖਾਤੇ ਸਮਝੌਤਾ ਹੋਣਾ ਠੀਕ ਨਹੀਂ ਜਾਪਦਾ, ਕਿਉਂਕਿ ਭਾਵੇਂ ਸ਼ਹਿਜ਼ਾਦਾ ਮੁਅੱਜ਼ਮ ਨੇ ਕਈ ਮੁਗਲ ਸੂਬੇਦਾਰਾਂ ਦੀ ਸਲਾਹ ਨੂੰ ਨਾ ਮੰਨ ਕੇ ਗੁਰੂ ਜੀ ਵਿਰੁੱਧ ਸਿੱਧੀ ਕਾਰਵਾਈ ਕਰਨ ਨੂੰ ਉੱਕਾ ਠੀਕ ਨਹੀਂ ਸੀ ਜਾਣਿਆ, ਪਰ ਇਸ ਦੇ ਬਾਵਜੂਦ ਸੰਮਤ 1753 ਵਿੱਚ ਇੱਕ ਐਸਾ ਸ਼ਾਹੀ ਫੁਰਮਾਨ ਔਰੰਗਜ਼ੇਬ ਵੱਲੋਂ ਜਾਰੀ ਕੀਤਾ ਗਿਆ, ਲਿਖਿਆ ਮਿਲਦਾ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਗੁਰੂ ਕੋਲ ਸਿੱਖਾਂ ਦੀ ਗਿਣਤੀ ਵਧਣ ਤੋਂ ਰੋਕ ਦਿੱਤੀ ਜਾਵੇ, ਪਰ ਚੂੰਕਿ ਆਪ ਉਹ ਇਸ ਸਮੇਂ ਦੱਖਣ ਵਿੱਚ ਸੀ ਤੇ ਇੱਧਰ ਆਗਰੇ ਵਿੱਚ ਸ਼ਹਿਜ਼ਾਦਾ ਮੁਅੱਜ਼ਮ ਹੀ ਇਸ ਪਾਸੇ ਦਾ ਨਿਗਾਹਬਾਨ ਸੀ, ਇਸ ਲਈ ਗੁਰੂ ਜੀ ਵਿਰੁੱਧ ਇਸ ਸਮੇਂ ਕੁਝ ਵੀ ਨਾ ਹੋਇਆ ਤੇ ਗੁਰੂ ਜੀ ਆਪਣੇ ਧਰਮ ਚਲਾਉਣ, ਸੰਤ ਉਭਾਰਨ ਦੇ ਪ੍ਰੋਗਰਾਮ ਵੱਲ ਪੂਰੀ ਤੇਜ਼ੀ ਨਾਲ ਲੱਗੇ ਰਹੇ। ਗੁਰੂ ਜੀ ਦੇ ਵਿਦਿਅਕ ਪ੍ਰਚਾਰ ਦਾ ਸਿੱਖਾਂ ਉੱਤੇ ਅਸਰ। ਗੁਰੂ ਸਾਹਿਬ ਜਦੋਂ ਅਨੰਦਪੁਰ ਤੋਂ ਪਹੁੰਚੇ ਗਏ ਸਨ ਤਾਂ ਉਸ ਸਮੇਂ ਤੋਂ ਹੀ ਉੱਘੇ ਵਿਦਵਾਨ ਤੇ ਬਾਦਸ਼ਾਹੀ ਕਰੋਪੀ ਤੋਂ ਬਚਣ ਵਾਲੇ ਲੋਕਾਂ ਦਾ ਗੁਰੂ ਜੀ ਪਾਸ ਆਉਣਾ ਸ਼ੁਰੂ ਹੋ ਗਿਆ ਸੀ। ਪਹੁੰਚੇ ਜਾ ਕੇ ਦਰਿਆ ਦੀ ਰਮਣੀਕਤਾ ਤੇ ਸਰਸਬਜ਼ ਕਿਨਾਰਿਆਂ ਦੀ ਕੁਦਰਤੀ ਸੁਹੱਪਣ ਨੇ ਸਾਹਿਤ ਵਾਲੇ ਪਾਸੇ ਗੁਰੂ ਜੀ ਦਾ ਉਚੇਚਾ ਧਿਆਨ ਦਿਵਾਇਆ। ਬਕਾਇਦਾ ਰੋਜ਼ਾਨਾ ਹੀ ਕਵੀ ਦਰਬਾਰ ਹੁੰਦੇ ਤੇ ਕਵੀ ਲੋਕ ਆਪਣੀਆਂ ਕਵਿਤਾਵਾਂ ਸੁਣਾਉਂਦੇ। ਕਵਿਤਾ ਦੇ ਹੁਨਰ ਦੇ ਮਾਹਰ ਗੁਰੂ ਜੀ ਹਰ ਗੁਣੀ ਦਾ ਪੂਰਾ ਮਾਣ ਕਰਦੇ, ਖੁੱਲ੍ਹੇ ਇਨਾਮ ਤੇ ਸ਼ਾਬਾਸ਼ ਦਿੰਦੇ। ਕਈ ਪੰਡਿਤ ਮਹਾਭਾਰਤ ਦੇ ਹੋਰ ਸ਼ਸਤਰ ਪੁਰਾਣਾਂ ਦੇ ਬੀਰਤਾ ਵਾਲੇ ਪ੍ਰਸੰਗ ਸਿੱਖਾਂ ਨੂੰ ਸੁਣਾਉਂਦੇ। ਇੱਕ ਵਾਰ ਪੰਡਿਤ ਰਘੂਨਾਥ ਨੂੰ ਗੁਰੂ ਜੀ ਨੇ ਕਿਹਾ, ਪੰਡਿਤ ਜੀ, ਤੁਸੀਂ ਸਿੱਖਾਂ ਨੂੰ ਭਾਸ਼ਾ ਤੇ ਸੰਸਕ੍ਰਿਤ ਦੀ ਵਿਦਿਆ ਪੜ੍ਹਾਇਆ ਕਰੋ। ਪਰ ਪੰਡਿਤ ਜੀ ਨੇ ਅੱਗੋਂ ਕੋਰਾ ਜਵਾਬ ਦਿੱਤਾ, ਮਹਾਰਾਜ, ਪੰਡਿਤ ਲੋਕ ਨੀਵੀਆਂ ਜਾਤਾਂ ਦੇ ਸਿੱਖਾਂ ਨੂੰ ਵਿਦਿਆ ਨਹੀਂ ਪੜ੍ਹਾ ਸਕਦੇ, ਸਾਨੂੰ ਐਸਾ ਕਰਨ ਦਾ ਹੁਕਮ ਨਹੀਂ ਹੈ। ਗੁਰੂ ਜੀ ਨੇ ਕਿਹਾ, ਵਿਦਿਆ ਦੇਣਾ ਤਾਂ ਪੁੰਨ ਕਰਮ ਹੈ, ਪਰ ਤੁਸੀਂ ਇਸ ਪੁੰਨ ਕਰਮ ਤੋਂ ਵੀ ਘਬਰਾਉਂਦੇ ਹੋ। ਪਰ ਅੱਛਾ, ਸਾਡੇ ਬਚਨਾਂ ਨੂੰ ਚੇਤੇ ਰੱਖਣਾ, ਹੁਣ ਉਹ ਦਿਨ ਆਉਣ ਵਾਲੇ ਹਨ ਜਦ ਤੁਹਾਡੇ ਵਰਗੇ ਪੰਡਿਤ ਲੋਕ ਸਾਡੇ ਸਿੱਖਾਂ ਕੋਲੋਂ ਵਿਦਿਆ ਪ੍ਰਾਪਤ ਕਰਨ ਦੀ ਜਾਚਨਾ ਕਰਿਆ ਕਰਨਗੇ। ਇਹ ਕਹਿ ਕੇ ਗੁਰੂ ਜੀ ਨੇ ਝੱਟ ਹੀ ਅਜਿਹੇ ਸਿਆਣੇ ਤੇ ਸੁਨੱਖੇ ਸਿੱਖਾਂ ਦੀ ਚੋਣ ਕੀਤੀ ਜੋ ਵੇਖਣ ਵਿੱਚ ਪੰਡਤਾਂ ਤੋਂ ਵੀ ਚੰਗੇ ਤੇ ਉੱਚ ਘਰਾਣੇ ਦੇ ਪ੍ਰਤੀਤ ਹੋਣ। ਗੁਰੂ ਜੀ ਨੇ ਉਹਨਾਂ ਨੂੰ ਕਾਂਛੀ ਵਿਦਿਆ ਪ੍ਰਾਪਤ ਕਰਨ ਲਈ ਭੇਜਿਆ। ਉਦੋਂ ਦੇ ਗਏ ਹੋਏ ਉਹ ਸੰਸਕ੍ਰਿਤ ਦੇ ਵਿਦਵਾਨ ਆਲਮ ਬਣ ਕੇ ਕਈ ਸਾਲਾਂ ਮਗਰੋਂ ਅਨੰਦਪੁਰ ਪੁੱਜੇ। ਸੋ ਇਹਨਾਂ ਦੇ ਆਉਣ ਤੇ ਗੁਰੂ ਜੀ ਨੇ ਹਰ ਸਿੱਖ ਨੂੰ ਵਿਦਿਆ ਪੜ੍ਹਨ ਦਾ ਹੁਕਮ ਦਿੱਤਾ ਤੇ ਉਸ ਲਈ ਸਮਾਂ ਮੁਕਰਰ ਕਰ ਦਿੱਤਾ। ਉਸ ਸਮੇਂ ਵਿਦਿਅਕ ਭਾਸ਼ਾਵਾਂ ਤੇ ਕਵੀਆਂ ਦੇ ਕਵੀ ਦਰਬਾਰ ਰੋਜ਼ ਹੀ ਲੱਗਦੇ ਤੇ ਸਭ ਸੰਗਤਾਂ ਵਿਦਿਆ ਦੇ ਉੱਚ ਰਸ ਦਾ ਆਨੰਦ ਮਾਣਦੀਆਂ। ਦੱਸਦੇ ਹਨ ਕਿ ਗੁਰੂ ਜੀ ਦੇ ਦਰਬਾਰ ਵਿੱਚ ਇਸ ਸਮੇਂ ਤੱਕ 52 ਕਵੀ ਬਣ ਚੁੱਕੇ ਸਨ। ਸ਼ਿੰਗਾਰ, ਕਰੂਣਾ, ਹਾਸ ਤੇ ਬੀਰ ਰਸੀ ਆਦਿ ਸਭ ਪ੍ਰਕਾਰ ਦੀਆਂ ਕਵਿਤਾਵਾਂ ਵਿਦਵਾਨ ਕਵੀ ਰਚ ਕੇ ਗੁਰੂ ਦਰਬਾਰ ਵਿੱਚ ਪੇਸ਼ ਕਰਦੇ ਤੇ ਗੁਰੂ ਜੀ ਯਥਾ ਯੋਗ ਸਲਾਹੁਤਾ ਵੀ ਕਰਦੇ ਤੇ ਇਨਾਮ ਵੀ ਦਿੰਦੇ। ਕਿਸੇ ਚੀਜ਼ ਦਾ ਵੀ
ਇਸ ਦੁਨੀਆ ਵਿੱਚ ਅੰਤ ਨਹੀਂ ਤੇ ਕਿਸੇ ਨੂੰ ਇਹ ਦਾਅਵਾ ਕਰਨ ਦਾ ਹੀਆ ਨਹੀਂ ਪੈਣਾ ਚਾਹੀਦਾ ਹੈ ਕਿ ਆਹ ਗੱਲ ਬਸ ਇੱਥੋਂ ਤੱਕ ਹੀ ਹੈ। ਪਰ ਫਿਰ ਵੀ ਜਿਤਨੀ ਕੁ ਕਿਸੇ ਨੂੰ ਸਮਝ ਆਉਂਦੀ ਹੈ ਉਸ ਨੂੰ ਉਤਨੀ ਤੱਕ ਦਾ ਹੀ ਮਾਣ ਹੋ ਜਾਂਦਾ ਹੈ ਅਤੇ ਉਹ ਸਮਝਦਾ ਹੈ ਕਿ ਇਹ ਹੋਰ ਕੋਈ ਨਹੀਂ ਸਮਝ ਸਕਦਾ। ਪਰ ਇਹ ਕੋਮਲ ਹੁਨਰਾਂ ਦੀ ਵਿੱਦਿਆ ਭਾਵੇਂ ਸੁਖੈਨ ਨਹੀਂ ਹੈ ਅਤੇ ਹਰ ਕੋਈ ਇਸ ਨੂੰ ਪ੍ਰਾਪਤ ਨਹੀਂ ਕਰ ਸਕਦਾ, ਪਰ ਜਿਸ ਨੂੰ ਪ੍ਰਭੂ ਦੇਵੇ ਉਹ ਦਰਜਾ ਬਦਰਜਾ ਇਸ ਦੀ ਸਮਝ ਵਿੱਚ ਵੱਧਦਾ ਜਾਂਦਾ ਹੈ। ਇਹ ਕੁਝ ਗੁਰੂ ਦਰਬਾਰ ਵਿੱਚ ਰੋਜ਼ ਹੀ ਹੁੰਦਾ ਰਹਿੰਦਾ ਸੀ। ਹਰ ਵਿਦਵਾਨ ਅਤੇ ਪਿੰਗਲ ਵਿਆਕਰਨਾਂ ਦਾ ਜਾਣੂ ਆਪਣੀ ਵਿਦਵਤਾ ਨੂੰ ਪ੍ਰਗਟ ਕਰਦਾ ਸੀ ਅਤੇ ਗੁਰੂ ਜੀ ਅੱਗੇ ਤੋਂ ਅੱਗੇ ਵਧਣ ਵਾਲਿਆਂ ਨੂੰ ਖੂਬ ਖੁੱਲ੍ਹੇ ਇਨਾਮ ਬਖਸ਼ਦੇ ਸਨ। ਇੰਨੀ ਵਿਸ਼ਾਲ ਦੁਨੀਆ ਦੇ ਵਾਯੂਮੰਡਲ ਵਿੱਚੋਂ ਕਿਸੇ ਨੂੰ ਕੁਝ ਲੱਭਦਾ ਅਤੇ ਕਿਸੇ ਨੂੰ ਕੁਝ ਹੋਰ ਲੱਭ ਜਾਂਦਾ। ਇਸ ਤਰ੍ਹਾਂ ਸਭ ਵੱਖੋ ਵੱਖ ਤਰ੍ਹਾਂ ਦੇ ਖਿਆਲਾਂ ਦੇ ਪ੍ਰਗਟ ਹੋਣ ਨਾਲ ਇੱਕ ਤਰ੍ਹਾਂ ਨਾਲ ਵਿੱਦਿਆ ਅਤੇ ਸਾਹਿਤ ਦਾ ਸਾਗਰ ਹੀ ਉਸ ਸਮੇਂ ਠਾਠਾਂ ਮਾਰਨ ਲੱਗ ਜਾਂਦਾ ਸੀ। ਪਰ ਸਾਗਰਾਂ ਦੇ ਸਾਗਰਾਂ ਅਥਾਹ ਸਾਗਰ ਗੁਰੂ ਜੀ ਇਸ ਸਭ ਕੁਝ ਦਾ ਸਰਵੇਖਣ ਅਤੇ ਫਿਰ ਅਦੁੱਤੀ ਹੌਸਲਾ ਅਫਜ਼ਾਈ ਕਰਦੇ ਸਨ। ਸੋ ਇਸ ਤਰ੍ਹਾਂ ਦੇ ਦਿਨਾਂ ਵਿੱਚ ਇੱਕ ਚੰਦਨ ਨਾਮ ਦਾ ਕਵੀ ਸੀ। ਅਨੰਦਪੁਰ ਜਾ ਪੁੱਜਾ। ਉਸ ਨੇ ਇੱਕ ਸਵੱਈਆ ਬਣਾਇਆ ਹੋਇਆ ਸੀ ਜੋ ਨਿਰੀਆਂ ਬੁਝਾਰਤਾਂ ਵਾਂਗ ਸੀ। ਇਸ ਲਈ ਉਸ ਦੇ ਅਰਥਾਂ ਨੂੰ ਚੰਗੀ ਤਰ੍ਹਾਂ ਉਹ ਆਪ ਤਾਂ ਜਾਣਦਾ ਸੀ। ਇਸ ਲਈ ਉਹ ਕਈ ਥਾਈਂ ਉਹ ਸਵੱਈਆ ਸੁਣਾ ਕੇ ਅਤੇ ਕਈਆਂ ਨੂੰ ਪਰਖ ਕੇ ਅਨੰਦਪੁਰ ਪੁੱਜਾ ਸੀ। ਇਸ ਨੇ ਆਉਂਦੇ ਹੀ ਮਾਣ ਨਾਲ ਕਿਹਾ, ਜੇ ਕੋਈ ਮੇਰੇ ਸਵੱਈਏ ਦਾ ਅਰਥ ਕਰੇ ਤਾਂ ਮੈਂ ਜਾਣਾ ਕਿ ਇੱਥੇ ਕੋਈ ਵਿਦਵਾਨ ਹੈ। ਮੇਰੇ ਸਵੱਈਏ ਦੇ ਅਰਥ ਤਾਂ ਵੱਡੇ ਵੱਡੇ ਵਿਦਵਾਨ ਨਹੀਂ ਕਰ ਸਕੇ। ਜੇ ਕੋਈ ਇੱਥੇ ਹੈ ਤਾਂ ਅਰਥ ਕਰਕੇ ਦੱਸੇ। ਪਰੇ ਦਰਬਾਰ ਵਿੱਚ ਉਸ ਨੇ ਇਹ ਗੱਲ ਕਹੀ ਜੋ ਬੜੇ ਹੰਕਾਰ ਅਤੇ ਗਰੂਰ ਵਾਲੀ ਸੀ। ਗੁਰੂ ਜੀ ਦੇ ਕਹਿਣ 'ਤੇ ਉਸ ਨੇ ਸਵੱਈਆ ਸੁਣਾ ਦਿੱਤਾ। ਸਾਰੇ ਹੀ ਵਿਚਾਰਨ ਲੱਗ ਪਏ ਕਿ ਇਸ ਦੇ ਅਰਥ ਕੀ ਹਨ। ਸਾਰਾ ਕਵੀ ਮੰਡਲ ਸੋਚਣ ਲੱਗ ਪਿਆ, ਪਰ ਬੁਝਾਰਤ ਨੂੰ ਛੇਤੀ ਨਾਲ ਕੌਣ ਬੁੱਝ ਸਕਦਾ ਸੀ। ਸਾਹਮਣੇ ਭਾਈ ਧੰਨਾ ਸਿੰਘ ਗੁਰੂ ਦੇ ਘੋੜੇ ਦਾ ਘਾਹੀ ਅਤੇ ਸੇਵਕ ਸੀ। ਗੁਰੂ ਜੀ ਨੇ ਉਸ ਨੂੰ ਬੁਲਾ ਕੇ ਕਿਹਾ, ਭਾਈ ਧੰਨਾ ਸਿੰਘ, ਇਸ ਚੰਦਨ ਕਵੀ ਦੇ ਸਵੱਈਏ ਦੇ ਅਰਥ ਤੂੰ ਸੁਣਾ। ਚੰਦਨ ਕਵੀ ਨੇ ਉਸ ਨੂੰ ਫਿਰ ਦੁਬਾਰਾ ਸਵੱਈਆ ਸੁਣਾ ਦਿੱਤਾ। ਭਾਈ ਧੰਨਾ ਸਿੰਘ ਨੇ ਝੱਟ ਹੀ ਅਰਥ ਦੱਸਣੇ ਸ਼ੁਰੂ ਕਰ ਦਿੱਤੇ ਜਿਵੇਂ ਅੱਗੇ ਹੀ ਜਾਣਦਾ ਸੀ। 16 ਵਰ੍ਹੇ ਦੀ ਯੁਵਾ ਇਸਤਰੀ ਨੇ 16 ਸ਼ਿੰਗਾਰ ਕਰਕੇ 16 ਮਹੀਨਿਆਂ ਪਿੱਛੋਂ ਆਏ ਆਪਣੇ ਹਮ ਉਮਰ 16 ਵਰ੍ਹੇ ਦੇ ਪਤੀ ਨੂੰ ਨਾਲ ਲੈ ਕੇ ਉਸ ਦੀ 16 ਤਰ੍ਹਾਂ ਦੇ ਰਸ ਪਿਆ ਕੇ ਸੇਵਾ ਕੀਤੀ ਅਤੇ 16 ਨਰਦਾਂ ਵਾਲੇ ਚੌਪੜ ਅੱਗੇ ਬਿਠਾ ਲਿਆ। ਭਾਵ ਦੋਵੇਂ ਚੌਪੜ ਖੇਡਣ ਲੱਗੇ। 16 ਘਰਾਂ ਵਾਲੇ ਚੌਪੜ ਦੀ ਬਾਜੀ ਰਚ ਕੇ 16 ਨਰਦਾਂ ਨਾਲ ਜਿੱਤ ਹਾਰ ਦੀ ਬਾਜੀ ਲਾਈ। ਸੋ 16 ਸਾਲੇ ਪਤੀ ਨੇ ਜਿੱਤ ਲਈ। ਭਾਵ ਉਸ ਦਾ ਸੋਲੀਆ ਦਾਊ ਪੈ ਗਿਆ ਅਤੇ ਉਸ ਨੇ 16 ਸਾਲਾਂ ਦੀ ਇਸਤਰੀ ਤੋਂ ਰੁਪਇਆ ਜਿੱਤ ਕੇ ਪ੍ਰਾਪਤ ਕਰ ਲਿਆ। ਇਸ ਗੱਲ ਨੇ ਭਾਵ ਪਤੀ ਦੀ ਜਿੱਤ ਨੇ 16 ਸਾਲਾਂ ਪਤਨੀ ਦੇ ਚੰਦਰਮਾ ਵਰਗੇ ਮੁੱਖ 'ਤੇ ਲੱਜਾ ਲੈ ਆਂਦੀ। ਉਸ ਨੇ ਸ਼ਰਮ ਨਾਲ ਆਪਣੀ ਪਤਲੀ ਜਿਹੀ ਚੁੰਨੀ ਨਾਲ ਆਪਣੇ ਸੁੰਦਰ ਮੁੱਖ ਨੂੰ ਕੱਜ ਲਿਆ। ਚੰਦਨ ਕਵੀ ਕਹਿੰਦਾ ਹੈ ਕਿ ਪਤਨੀ ਦਾ ਚੁੰਨੀ ਵਿੱਚ ਢੱਕਿਆ ਮੁੱਖ ਉਸ ਵੇਲੇ ਇਉਂ ਸੋਭ ਰਿਹਾ ਸੀ ਜਿਵੇਂ ਚੰਦਰਮਾ ਬੱਦਲਾਂ ਦੇ ਝੁੰਡ ਪਿੱਛੋਂ ਥੋੜ੍ਹੀ ਥੋੜ੍ਹੀ ਚਮਕ ਨਾਲ ਨਜ਼ਰ ਆਉਂਦਾ ਹੈ। ਭਾਈ ਧੰਨਾ ਸਿੰਘ ਦੇ ਸੁੰਦਰ ਅਤੇ ਰੋਚਕ ਅਰਥਾਂ ਨੇ ਚੰਦਨ ਕਵੀ ਦੀ ਉਂਗਲ ਮੂੰਹ ਵਿੱਚ ਪਵਾ ਦਿੱਤੀ। ਉਸ ਦਾ ਗੁਮਾਨ ਅਤੇ ਅੱਖ ਟੁੱਟ ਭੱਜ ਕੇ ਮਿੱਟੀ ਹੋ ਗਈ। ਉਸ ਨੇ ਮੂੰਹ ਨੀਵਾਂ ਪਾ ਲਿਆ ਤਾਂ ਸਤਿਗੁਰੂ ਜੀ ਨੇ ਕਿਹਾ, ਧੰਨਾ ਸਿੰਘ, ਤੂੰ ਵੀ ਕੋਈ ਸਵੱਈਆ ਸੁਣਾ ਅਤੇ ਚੰਦਨ ਕਵੀ ਉਸ ਦੇ ਅਰਥ ਕਰੇ। ਤਾਂ ਧੰਨਾ ਸਿੰਘ ਜੀ ਨੇ 2 ਸਵੱਈਏ ਬੋਲ ਦਿੱਤੇ।
ਚੰਦਨ ਕਵੀ ਦੇ ਸਵਈਏ ਨਾਲੋਂ ਇਹ ਸਵਈਏ ਕਿਤੇ ਸੌਖੇ ਸਨ। ਕੇਵਲ ਕਹੂੰ ਨਾ ਸ਼ਬਦ ਪਹਿਲੀ ਅੱਧੀ ਲਾਈਨ ਨਾਲ ਜੋੜਨ 'ਤੇ ਅਰਥ ਸਪਸ਼ਟ ਹੋ ਜਾਂਦੇ ਸਨ, ਪਰ ਚੰਦਨ ਕਵੀ ਉੱਤੇ ਧੰਨਾ ਸਿੰਘ ਦਾ ਐਸਾ ਛੱਪਾ ਪਿਆ ਕਿ ਉਸ ਨੂੰ ਇਹ ਸੌਖੀ ਜਿਹੀ ਗੱਲ ਵੀ ਸਮਝ ਨਾ ਪਵੇ। ਅਖੀਰ ਧੰਨਾ ਸਿੰਘ ਨੇ ਸਮਝਾਇਆ। ਜਦ ਪਤਾ ਲੱਗਾ ਤਾਂ ਬੜਾ ਸ਼ਰਮਸਾਰ ਹੋ ਕੇ ਗੁਰੂ ਜੀ ਦੇ ਚਰਨੀ ਲੱਗਾ ਤੇ ਹਉਮੈ ਛੱਡੀ। ਇਸੇ ਤਰ੍ਹਾਂ ਹੀ ਹੰਸਰਾਜ ਕਵੀ ਦਾ ਮਾਣ ਗੁਰੂ ਜੀ ਨੇ ਤੋੜਿਆ ਤੇ ਉਸ ਦੀ ਚੋਰੀ ਫੜੀ। ਗੁਰੂ ਜੀ ਵੱਲੋਂ ਸ਼ਸਤਰਧਾਰੀ ਬਣਨ ਦੇ ਪ੍ਰਚਾਰ ਦਾ ਅਸਰ। ਗੁਰੂ ਜੀ ਸ੍ਰੀ ਅਨੰਦਪੁਰ ਸਾਹਿਬ ਆਉਣ ਵਾਲੇ ਹਰ ਸਿੱਖ ਨੂੰ ਹੋਰ ਸਿੱਖਿਆ ਦੇ ਨਾਲ ਇਹ ਸਿੱਖਿਆ ਜ਼ਰੂਰੀ ਤੌਰ 'ਤੇ ਦਿੰਦੇ ਸਨ ਕਿ ਇਸ ਸਮੇਂ ਹਰ ਗੁਰੂ ਨਾਨਕ ਦੇ ਸਿੱਖ ਨੂੰ ਸ਼ਸਤਰਧਾਰੀ ਬਣਨ ਦੀ ਲੋੜ ਹੈ। ਬੱਚੇ, ਬੁੱਢੇ ਤੇ ਇਸਤਰੀਆਂ ਸਭ ਹਥਿਆਰ, ਤਲਵਾਰਾਂ, ਨੇਜੇ ਤੇ ਤੀਰ ਕਮਾਨਾਂ ਰੱਖਣ। ਜਿੰਨੇ ਵੀ ਵੱਧ ਤੋਂ ਵੱਧ ਕੋਈ ਹੋਰ ਹਥਿਆਰ ਚਲਾਉਣੇ ਸਿੱਖੇ ਤੇ ਹਥਿਆਰਾਂ ਨਾਲ ਪਿਆਰ ਕਰੇ। ਹਥਿਆਰ ਧਰਮ ਦੀ ਰਾਖੀ ਲਈ ਇਸ ਸਮੇਂ ਪਹਿਨਣੇ ਜ਼ਰੂਰੀ ਹਨ। ਜ਼ਾਲਮ ਦਾ ਦੀਨ ਤੇ ਈਮਾਨ, ਤਾਕਤ ਤੇ ਹੰਕਾਰ ਨੇ ਖਤਮ ਕਰ ਦਿੱਤਾ ਹੈ। ਇਸ ਲੱਸੀ ਜਾਬਰ ਨਾਲ ਟੱਕਰ ਲੈਣੀ ਹੈ। ਜਾਬਰ ਨਾਲ ਟੱਕਰ ਲੈ ਬਿਨਾਂ ਇਸ ਸਮੇਂ ਧਰਮ ਦੀ ਤੇ ਆਪਣੇ ਆਪ ਦੀ ਰੱਖਿਆ ਕਿਸੇ ਹੋਰ ਤੌਰ ਤਰੀਕੇ ਨਾਲ ਨਹੀਂ ਹੋ ਸਕਦੀ। ਗੁਰੂ ਜੀ ਦੇ ਇਸ ਪ੍ਰਚਾਰ ਨੇ ਸਿੱਖਾਂ ਵਿੱਚ ਸ਼ਸਤਰਾਂ ਦੇ ਹਰ ਸਮੇਂ ਅੰਗ ਸੰਗ ਰੱਖਣ ਦੀ ਲੀਹ ਤੋਰ ਦਿੱਤੀ। ਭੰਗਾਣੀ ਦੇ ਯੁੱਧ ਤੋਂ ਪਹਿਲੇ ਵੀ ਤੇ ਹੁਣ ਵੀ ਪਹਾੜਾਂ ਵਿੱਚ ਰਹਿੰਦੇ ਗੁੱਜਰ, ਰੰਗੜ ਤੇ ਪਠਾਨ ਲੋਕ ਅਨੰਦਪੁਰ ਆਉਂਦੀਆਂ ਸੰਗਤਾਂ ਨਾਲ ਛੇੜਖਾਨੀਆਂ ਕਰਦੇ ਸਨ। ਸਿੱਖਾਂ ਨੂੰ ਕਮਜ਼ੋਰ ਵੇਖ ਕੇ ਉਹ ਸਮਾਨ ਖੋਹ ਲੈਂਦੇ ਤੇ ਹੋਰ ਲੁੱਟਮਾਰ ਵੀ ਕਰ ਜਾਂਦੇ ਸਨ, ਪਰ ਇਹਨਾਂ ਗੱਲਾਂ ਤੇ ਔਂਕੜਾਂ ਕਾਰਨ ਸਿੱਖਾਂ ਨੂੰ ਹਥਿਆਰ ਰੱਖਣ ਦੀ ਪ੍ਰੇਰਨਾ ਦਾ ਹੋਰ ਵਧੇਰੇ ਅਸਰ ਹੋਇਆ। ਗੁਰੂ ਜੀ ਅਨੰਦਪੁਰ ਤੋਂ ਪਾਉਂਟੇ ਗਏ ਤੇ ਉੱਥੇ ਭੰਗਾਣੀ ਦੇ ਯੁੱਧ ਮਗਰੋਂ ਹੁਣ ਵਾਪਸ ਆ ਕੇ ਇਹ ਗੱਲਾਂ ਫਿਰ ਕਿਤੇ ਕਿਤੇ ਵਾਪਰਨ ਲੱਗੀਆਂ। ਸਿੱਖਾਂ ਦਾ ਜ਼ੋਰ ਪੈਂਦਾ ਤਾਂ ਉਹ ਲੜ ਭਿੜ ਕੇ ਆਪਣਾ ਆਪ ਬਚਾ ਲਿਆਉਂਦੇ ਤੇ ਕਿਤੇ ਕਿਤੇ ਲੁੱਟੇ ਵੀ ਜਾਂਦੇ। ਗੁਰੂ ਜੀ ਕੋਲ ਸ਼ਿਕਾਇਤ ਹੁੰਦੀ ਤਾਂ ਗੁਰੂ ਜੀ ਲੁਟੇਰਿਆਂ ਨੂੰ ਸੋਧਣ ਲਈ ਜਿੱਥੇ ਆਪਣੇ ਵੀਰ ਬਹਾਦਰ ਸਿੱਖਾਂ ਨੂੰ ਘੱਲ ਕੇ ਦੋਸ਼ੀਆਂ ਨੂੰ ਸਜ਼ਾ ਦਿੱਤੇ ਬਿਨਾਂ ਨਾ ਰਹਿੰਦੇ, ਪਰ ਇਸ ਦੇ ਨਾਲ ਹੀ ਸ਼ਸਤਰ ਦੇ ਰੱਖਣ ਤੇ ਉਹਨਾਂ ਦੇ ਅਭਿਆਸ ਦੀ ਹੋਰ ਵਧੇਰੇ ਪ੍ਰੇਰਨਾ ਕਰਦੇ। ਆਲਸੂਨ ਪਠਾਨਾਂ ਦੇ ਪਿੰਡ ਨੂੰ ਤਾਂ ਗੁਰੂ ਜੀ ਨੇ ਆਪ ਜਾ ਕੇ ਸੋਧਿਆ, ਜਿਨ੍ਹਾਂ ਬਾਰੇ ਬਹੁਤੀਆਂ ਹੀ ਵਧੇਰੇ ਸ਼ਿਕਾਇਤਾਂ ਪੁੱਜੀਆਂ ਸਨ ਤੇ ਇਹਨਾਂ ਮਾਰ ਖੋਰੇ ਪਠਾਨਾਂ ਦੇ ਇੰਨੇ ਹੌਸਲੇ ਵਧੇ ਹੋਏ ਸਨ ਕਿ ਇਹ ਜਾਂਦੇ ਹੀ ਗੁਰੂ ਜੀ ਦੇ ਸਿੱਖਾਂ ਨੂੰ ਵੀ ਅੱਗੋਂ ਪੈ ਗਏ। ਗੁਰੂ ਜੀ ਦੇ ਹੁਕਮ ਨਾਲ ਸਿੱਖਾਂ ਨੇ ਬਹੁਤੇ ਅੜਨ ਵਾਲੇ ਪਠਾਨਾਂ ਦੇ ਸਿਰ ਧੜ ਨਾਲੋਂ ਜੁਦਾ ਕਰ ਦਿੱਤੇ ਤੇ ਐਸੀ ਮਾਰ ਮਾਰੀ ਕਿ ਅਗਲੀ ਪਿਛਲੀ ਸਾਰੀ ਕਸਰ ਕੱਢ ਲਈ, ਪਰ ਸ਼ਰਨ ਪੈ ਜਾਣ ਵਾਲਿਆਂ ਨੂੰ ਅੱਗੋਂ ਅਜਿਹੀਆਂ ਹਰਕਤਾਂ ਤੋਂ ਬਾਜ਼ ਰਹਿਣ ਦੀ ਚੇਤਾਵਨੀ ਦੇ ਕੇ ਛੱਡ ਦਿੱਤਾ ਤੇ ਲੁੱਟ ਦਾ ਮਾਲ ਜੋ ਲੱਖਾਂ ਦਾ ਹੁਣ ਤੱਕ ਸਿੱਖਾਂ ਦਾ ਲੁੱਟ ਚੁੱਕੇ ਸਨ, ਸਭ ਕਢਵਾ ਲਿਆ। ਗੁਰੂ ਜੀ ਨੇ ਇਸ ਬਾਰੇ ਤਾਂ ਆਪਣੀ ਕਲਮ ਨਾਲ ਆਪ ਬਚਿੱਤਰ ਨਾਟਕ ਅਧਿਆਏ 9ਵੇਂ ਵਿੱਚ ਲਿਖਿਆ ਹੈ। ਆਲਸੂਨ ਕੈ ਮਾਰ ਕੈ ਇਹ ਦਿਸ ਕੀਓ ਬਿਆਨ, ਭਾਂਤ ਅਨੇਕਨ ਕੇ ਕਰੇ ਪੁਰ ਆਨੰਦ ਸੁਖ ਆਨ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਸੰਗਤ ਅਨੰਦਪੁਰ ਨੂੰ ਆ ਰਹੀ ਸੀ ਕਿ ਰਸਤੇ ਵਿੱਚ ਤਲੱਬਣ ਪਿੰਡ ਨਾਲ ਲਾਗੇ ਇੱਕ ਖੂਹ ਤੋਂ ਕੁਝ ਪ੍ਰੇਮੀ ਜਲ ਛਕਣ ਲੱਗ ਗਏ ਤੇ ਕੁਝ ਉੱਥੇ ਹੀ ਖਲੋ ਗਏ, ਪਰ ਇੱਕ 18-19 ਸਾਲ ਦੀ ਮੁਟਿਆਰ ਦੀਪ ਕੌਰ ਬੇਧਿਆਨੇ ਅੱਗੇ ਤੁਰੀ ਗਈ। ਉਸ ਥੋੜ੍ਹੀ ਦੂਰੀ ਅੱਗੇ ਜਾ ਕੇ ਡਿੱਠਾ ਕਿ ਉਹ ਇਕੱਲੀ ਹੀ ਤੁਰੀ ਜਾ ਰਹੀ ਹੈ। ਪਿੱਛੇ ਧਿਆਨ ਮਾਰਿਆ ਤਾਂ ਅੱਧੇ ਮੀਲ ਦਾ ਬਾਕੀਆ ਨਾਲ ਫਰਕ ਪੈ ਚੁੱਕਾ ਸੀ। ਉਹ ਰੁਕੀ ਕਿ ਬਾਕੀ ਸੰਗ ਆ ਲਏ, ਪਰ ਉਸ ਨੂੰ ਇਕੱਲਿਆਂ ਵੇਖ ਕੇ ਝੱਟ ਹੀ 4 ਬਦਨੀਤ ਮੁਸਲਮਾਨ ਉਸ ਵੱਲ ਦੌੜ ਕੇ ਆਏ। ਉਹ ਚਾਹੁੰਦੇ ਸਨ ਕਿ ਬੀਬੀ ਨੂੰ ਘੇਰ ਕੇ ਨਾਲ ਲੈ ਜਾਈਏ ਤੇ ਪੱਤ ਲੁੱਟੀਏ। ਇਹ ਗੱਲ ਉਸ ਵੇਲੇ ਜਰਵਾਣਿਆਂ ਦੀ ਆਮ ਹੋ ਗਈ ਸੀ। ਇਹ ਗੱਲ ਉਹਨਾਂ ਦੇ ਮੂੰਹ ਨੂੰ ਖੂਨ ਲੱਗਣ ਵਾਂਗ ਹੋ ਚੁੱਕੀ ਸੀ। ਇਹ ਬੀਬੀ ਅੱਗੇ ਵੀ 1-2 ਵਾਰੀ ਅਨੰਦਪੁਰ ਸਾਹਿਬ ਗੁਰੂ ਕੇ ਦਰਬਾਰ ਆ ਕੇ ਤਿਆਰ ਬਰ ਤਿਆਰ ਹੋਣ ਦੀਆਂ ਗੱਲਾਂ
ਸੁਣ ਸੁਣਾ ਚੁੱਕੀ ਸੀ, ਉਹ ਘਾਬਰੀ ਨਾ। ਉਸ ਦੇ ਹੱਥਾਂ ਵਿੱਚ ਸੋਨੇ ਦੀਆਂ ਚੂੜੀਆਂ ਸਨ। ਉਸ ਨੇ ਆਉਂਦੇ ਹੀ ਚੂੜੀਆਂ ਲਾਹ ਕੇ ਉਹਨਾਂ ਦੇ ਅੱਗੇ ਸੁੱਟ ਦਿੱਤੀਆਂ ਤੇ ਹੱਥ ਵਿੱਚ ਫੜੀ 3 ਫੁੱਟੀ ਤੇਗ ਮਿਆਨ ਵਿੱਚੋਂ ਖਿੱਚ ਲਈ। ਇੱਕ ਨੇ ਅੱਗੇ ਵੱਧ ਕੇ ਨਿਉਂਕੇ ਉਹਨਾਂ ਚੂੜੀਆਂ ਨੂੰ ਫੜਨਾ ਚਾਹਿਆ ਤਾਂ ਅੱਖ ਦੇ ਫੋਰ ਵਿੱਚ ਤਿੱਖੀ ਤੇਗ ਦੇ ਇੱਕ ਹੀ ਵਾਰ ਨਾਲ ਬੀਬੀ ਨੇ ਉਸ ਦਾ ਸਿਰ ਧੜ ਨਾਲੋਂ ਜੁਦਾ ਕਰ ਦਿੱਤਾ। ਇਹ ਵੇਖ ਕੇ ਬਾਕੀ ਦੇ ਤਿੰਨੇ ਜੋ ਮੁੱਠੀ ਦਾ ਮਾਲ ਸਮਝਣ ਵਾਂਗ ਅੱਗੇ ਵਧੇ ਆ ਰਹੇ ਸਨ, ਘਬਰਾ ਕੇ ਰੁਕ ਗਏ। ਪਰ ਸਾਥੀ ਦੀ ਮੌਤ ਦਾ ਬਦਲਾ ਲੈਣ ਲਈ ਉਹਨਾਂ ਤਿੰਨਾਂ ਨੇ ਹੀ ਤਲਵਾਰਾਂ ਖਿੱਚ ਲਈਆਂ। ਪਰ ਦੀਪ ਕੌਰ ਨੇ ਵੀ ਇਸ ਸਮੇਂ ਫੁਰਤੀ ਦੀ ਕਮਾਲ ਕਰ ਦਿੱਤੀ। ਉਸੇ ਲਹੂ ਲਿਬੜੀ ਤਲਵਾਰ ਨਾਲ ਤਲਵਾਰਾਂ ਕੱਢਤਿਆਂ ਤੇ ਹੀ ਪੈ ਦਰ ਪੈ 2 ਵਾਰ ਕੀਤੇ ਤੇ ਇੱਕ ਦੀ ਬਾਂਹ ਤੇ ਇੱਕ ਦੀ ਲੱਤ ਕੱਟ ਕੇ ਉਹਨਾਂ ਨੂੰ ਧਰਤੀ 'ਤੇ ਲਿਟਾ ਦਿੱਤਾ। ਪਰ ਚੌਥਾ ਤਾਂ ਹੁਣ ਡਰ ਕੇ ਬਚ ਕੇ ਨੱਸਣਾ ਚਾਹੁੰਦਾ ਸੀ ਕਿ ਬੀਬੀ ਨੇ ਭੱਜਣ ਲੱਗੇ ਦੇ ਵੱਖੀ ਵਿੱਚ ਕਿਰਪਾਨ ਚੋਭ ਦਿੱਤੀ ਤੇ ਉਸ ਨੂੰ ਵੀ ਪਾਰ ਬੁਲਾ ਦਿੱਤਾ। ਜਿਸ ਦੀ ਲੱਤ ਬਿਲਕੁਲ ਕੱਟੀ ਗਈ ਸੀ ਉਹ ਵੀ ਤੜਪ ਤੜਪ ਕੇ ਮਰ ਗਿਆ ਤੇ ਬਾਂਹ ਵਾਲੇ ਨੂੰ ਬੀਬੀ ਨੇ ਹੋਰ ਨਾ ਤੜਪਣ ਦਿੱਤਾ ਤੇ ਉਸ ਦੀ ਵੱਖੀ ਵਿੱਚ ਵੀ ਤਲਵਾਰ ਮਾਰ ਕੇ ਉਸ ਨੂੰ ਖਤਮ ਕਰ ਦਿੱਤਾ। ਸੋ ਇਸ ਤਰ੍ਹਾਂ ਦੀਆਂ ਦਲੇਰੀ ਨਾਲ ਮੁਕਾਬਲੇ ਕਰਨ ਦੀਆਂ ਖਬਰਾਂ ਵੀ ਸ਼੍ਰੀ ਅਨੰਦਪੁਰ ਪੁੱਜਣ ਲੱਗੀਆਂ ਤਾਂ ਸ਼੍ਰੀ ਦਸ਼ਮੇਸ਼ ਜੀ ਐਸੇ ਹਰ ਬਹਾਦਰ ਦਾ ਸੰਗਤਾਂ ਦੇ ਇਕੱਠ ਵਿੱਚ ਸਨਮਾਨ ਕਰਦੇ ਤੇ ਉਸ ਵਾਂਗਰ ਹੋਰਨਾਂ ਨੂੰ ਬਹਾਦਰ ਬਣਨ ਦੀ ਪ੍ਰੇਰਨਾ ਕਰਦੇ। ਭਾਈ ਨੰਦ ਲਾਲ ਜੀ ਦਾ ਗੁਰੂ ਦੇ ਹਜ਼ੂਰ ਪੁੱਜਣਾ। ਔਰੰਗਜ਼ੇਬ ਵਿੱਚ ਇਹ ਖਾਸ ਆਦਤ ਬਣ ਗਈ ਸੀ ਕਿ ਉਹ ਚੰਗੇ ਤੇ ਗੁਣੀ ਆਦਮੀਆਂ ਨੂੰ ਹੋਰ ਧਰਮਾਂ ਦਾ ਦੇਖ ਕੇ ਦੁਖੀ ਹੁੰਦਾ ਸੀ। ਉਹ ਕਹਿੰਦਾ ਸੀ, ਕੋਈ ਤਾਕਤਵਰ ਕਦਾਵਰ ਭਲਵਾਨ ਅਰਬੀ ਫਾਰਸੀ ਦਾ ਵਿਦਵਾਨ ਤੇ ਹੁਸੀਨ ਬਾਕੀ ਨਹੀਂ ਰਹਿਣਾ ਚਾਹੀਦਾ। ਗਣਿਤ ਵਿਦਿਆ ਤੇ ਹਿਸਾਬਦਾਨੀ ਦਾ ਕੰਮ ਆਮ ਤੌਰ 'ਤੇ ਹਿੰਦੂ ਹੀ ਕਰਦੇ ਸਨ ਤੇ ਮੁਸਲਮਾਨ ਹਾਕਮਾਂ ਕੋਲ ਹਿੰਦੂ ਹੀ ਦੀਵਾਨ ਹੁੰਦੇ ਸਨ। ਪਰ ਔਰੰਗਜ਼ੇਬ ਐਸੇ ਲੋਕਾਂ ਨੂੰ ਵੀ ਕਾਫਰ ਕਹਿ ਕੇ ਬੁਲਾਉਂਦਾ ਸੀ। ਲਾਚਾਰੀ ਤੇ ਕਿਸੇ ਜ਼ਰੂਰੀ ਕਾਰਨ ਕਰਕੇ ਮੁਸਲਮਾਨ ਤਾਂ ਨਾ ਬਣੇ, ਭਾਵੇਂ ਕੁਝ ਨਾ ਕਿਹਾ ਜਾਂਦਾ, ਪਰ ਉਸ ਉੱਤੇ ਕੈਰੀ ਅੱਖ ਜ਼ਰੂਰ ਰਹਿੰਦੀ ਸੀ। ਜਦ ਤੱਕ ਮੁਸਲਮਾਨ ਨਾ ਬਣ ਜਾਂਦਾ। ਭਾਈ ਨੰਦ ਲਾਲ ਜੀ ਉਸ ਸਮੇਂ ਦੇ ਮਹਾਨ ਵਿਦਵਾਨ ਤੇ ਗਣਿਤ ਵਿਦਿਆ ਦੇ ਮਾਹਰ ਸਨ। ਇਹਨਾਂ ਦੇ ਪਿਤਾ ਗਜ਼ਨੀ ਦੇ ਨਵਾਬ ਦੇ ਦੀਵਾਨ ਸਨ, ਜਿੱਥੇ ਆਪ ਜੀ ਦਾ ਜਨਮ 1690 ਵਿੱਚ ਹੋਇਆ। ਪਰ ਪਿਤਾ ਦੇ ਸਵਰਗਵਾਸ ਹੋਣ ਮਗਰੋਂ ਆਪ ਮੁਲਤਾਨ ਆ ਗਏ ਤੇ ਉੱਥੇ ਇੱਕ ਸਿੱਖ ਘਰ ਵਿੱਚ ਸ਼ਾਦੀ ਹੋਣ ਦੇ ਨਾਤੇ ਆਪ ਦੇ ਮਨ ਵਿੱਚ ਗੁਰੂ ਘਰ ਨਾਲ ਪਿਆਰ ਪੈਦਾ ਹੋਇਆ। ਸੰਮਤ 1739 ਵਿੱਚ ਆਪ ਮੁਲਤਾਨੋਂ ਉਚੇਚੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਲਈ ਪੁੱਜੇ। ਇਸ ਸਮੇਂ ਗੁਰੂ ਜੀ ਦੇ ਦਰਸ਼ਨ ਕਰਕੇ ਦਿਲੋਂ ਮਨੋਂ ਗੁਰੂ ਜੀ ਦੇ ਬਣ ਗਏ। ਇਸ ਮਗਰੋਂ ਆਪ ਦਿੱਲੀ ਤੋਂ ਆਗਰੇ ਗਏ ਤੇ ਉੱਥੇ ਸ਼ਹਿਜ਼ਾਦਾ ਮੁਅੱਜ਼ਮ ਦੇ ਮੀਰ ਮੁੰਸ਼ੀ ਬਣ ਗਏ। ਇਹ ਕੋਈ ਸੰਮਤ 1751 ਦੀ ਗੱਲ ਹੈ ਕਿ ਕੁਰਾਨ ਦੇ ਕਿਸੇ ਆਇਤ ਤੇ ਅਰਥਾਂ ਦੀ ਗੱਲ ਚੱਲੀ ਤੇ ਵੱਡੇ ਵੱਡੇ ਅਰਬੀ ਫਾਰਸੀ ਤੇ ਵਿਦਵਾਨ ਕਾਜ਼ੀਆਂ ਮੁੱਲਾਂ ਦੇ ਕੀਤੇ ਅਰਥਾਂ ਨਾਲ ਔਰੰਗਜ਼ੇਬ ਦੇ ਮਨ ਦੀ ਤਸੱਲੀ ਨਾ ਹੋਈ। ਘਰ ਆ ਕੇ ਆਪਣੇ ਮੀਰ ਮੁੰਸ਼ੀ ਨੰਦ ਲਾਲ ਨਾਲ ਮੁਅੱਜ਼ਮ ਨੇ ਕੁਰਾਨ ਦੀ ਆਇਤ ਦੀ ਗੱਲ ਕੀਤੀ ਤਾਂ ਨੰਦ ਲਾਲ ਜੀ ਨੇ ਜੋ ਅਰਥ ਕੀਤੇ ਉਹੀ ਸ਼ਹਿਜ਼ਾਦੇ ਨੇ ਦੂਜੇ ਦਿਨ ਔਰੰਗਜ਼ੇਬ ਨੂੰ ਦੱਸੇ ਤਾਂ ਉਸ ਨੂੰ ਇਹ ਅਰਥ ਬਿਲਕੁਲ ਠੀਕ ਤੇ ਤਸੱਲੀ ਵਾਲੇ ਜਾਪੇ। ਉਸ ਨੇ ਪੁੱਛਿਆ, ਮੁਅੱਜ਼ਮ, ਇਹ ਤੈਨੂੰ ਸੁੱਝੇ ਹਨ ਜਾਂ ਕਿਸੇ ਹੋਰ ਨੇ ਦੱਸੇ ਹਨ? ਨਹੀਂ, ਇਹ ਮੇਰੇ ਮੀਰ ਮੁੰਸ਼ੀ ਨੇ ਮੈਨੂੰ ਸਮਝਾਏ ਹਨ। ਠੀਕ ਹੈ, ਉਹ ਤਾਂ ਕੋਈ ਚੰਗਾ ਆਲਮ ਹੋਣਾ ਹੈ, ਪਰ ਉਹ ਹੈ ਕੌਣ? ਆਲੀ ਜਾਨ, ਉਹ ਤਾਂ ਹਿੰਦੂ ਹੈ। ਹੈਂ, ਇੰਨਾ ਆਲਮ ਤੇ ਵਿਦਵਾਨ ਹਿੰਦੂ ਹੈ? ਇਹ ਕਾਫਰ ਇੰਨਾ ਵਿਦਵਾਨ? ਮੁਅੱਜ਼ਮ, ਜਿੰਨੀ ਛੇਤੀ ਹੋ ਸਕੇ ਉਸ ਨੂੰ ਇਸਲਾਮ ਵਿੱਚ ਲੈ ਆਓ। ਮੇਰੀ ਇੱਛਾ ਨੂੰ ਜਲਦੀ ਪੂਰੀਆਂ ਕੀਤਾ ਜਾਵੇ।
ਮੁਅੱਜ਼ਮ ਪਿਤਾ ਦੇ ਕੁਰੱਖਤ ਸੁਭਾਅ ਤੋਂ ਜਾਣੂ ਸੀ ਅਤੇ ਉਸ ਦੇ ਉਲਟ ਕੋਈ ਗੱਲ ਕਰਨ ਦਾ ਉਸ ਨੂੰ ਸਾਹਸ ਨਹੀਂ ਸੀ। ਉਹ ਨੰਦ ਲਾਲ ਜੀ ਦੀ ਵੱਡੀ ਕਦਰ ਕਰਦਾ ਸੀ। ਨੰਦ ਲਾਲ ਜੀ ਦੇ ਨਾਲ ਹੀ ਇੱਕ ਗਿਆਸਦੀਨ ਦਰੋਗਾ ਵੀ ਸੀ, ਜੋ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਤੋਂ ਗੁਰੂ ਘਰ ਦਾ ਸ਼ਰਧਾਲੂ ਅਤੇ ਨੰਦ ਲਾਲ ਜੀ ਦੇ ਨਾਲ ਸਾਹਿਬਜ਼ਾਦੇ ਦਾ ਮੁਲਾਜ਼ਮ ਸੀ। ਉਸ ਦਾ ਨੰਦ ਲਾਲ ਜੀ ਨਾਲ ਗੁਰੂ ਦਾ ਸਿੱਖ ਹੋਣ ਕਰਕੇ ਬੜਾ ਪਿਆਰ ਸੀ, ਪਰ ਹੁਣ ਉਸ ਉੱਤੇ ਪਿਤਾ ਵੱਲੋਂ ਸਖਤੀ ਜਾਂ ਦੁੱਖ ਦੇਣ ਦੇ ਖਿਆਲ ਨੇ ਉਸ ਨੂੰ ਦੁਖੀ ਕਰ ਦਿੱਤਾ। ਔਰੰਗਜ਼ੇਬ ਨੇ ਮੁਅੱਜ਼ਮ ਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਆਪਣੇ ਮੁਨਸ਼ੀ ਨੂੰ ਜਿਵੇਂ ਵੀ ਹੋਵੇ ਹੁਣ ਕਾਫਰ ਨਹੀਂ ਰਹਿਣ ਦੇਣਾ। ਇਹ ਲਗਭਗ ਉਹੀ ਸਮਾਂ ਸੀ ਜਦ ਸ਼ਹਿਜ਼ਾਦਾ ਮੁਅੱਜ਼ਮ ਨੂੰ ਪਹਾੜੀਆਂ 'ਤੇ ਗੁਰੂ ਜੀ ਉੱਤੇ ਚੜ੍ਹਾਈ ਕਰਨ ਦਾ ਹੁਕਮ ਭੇਜਿਆ ਸੀ। ਸੋ ਨੰਦ ਲਾਲ ਨੇ ਇਸ ਸਮੇਂ ਹੀ ਮੁਅੱਜ਼ਮ ਨੂੰ ਕਿਹਾ ਸੀ ਕਿ ਇੱਕ ਹੀ ਥਾਂ ਹੈ ਜਿੱਥੇ ਮੈਂ ਬਚ ਕੇ ਜਾ ਸਕਦਾ ਹਾਂ। ਸੋ ਉਦੋਂ ਤੋਂ ਹੀ ਦਰੋਗਾ ਗਿਆਸਦੀਨ ਅਤੇ ਨੰਦ ਲਾਲ ਗੁਰੂ ਕੇ ਹਜ਼ੂਰ ਪੁੱਜੇ। ਸ਼ਹਿਜ਼ਾਦੇ ਨੂੰ ਗੁਰੂ ਜੀ ਦਾ ਸ਼ਰਧਾਲੂ ਬਣਾ ਦੇਣਾ ਭਾਈ ਨੰਦ ਲਾਲ ਅਤੇ ਦਰੋਗਾ ਗਿਆਸਦੀਨ ਦੋਹਾਂ ਦਾ ਹੀ ਕੰਮ ਸੀ। ਨੰਦ ਲਾਲ ਜੀ ਨੇ ਅਨੰਦਪੁਰ ਪੁੱਜ ਕੇ ਉਹ ਸਿੱਖੀ ਦੀ ਸੇਵਾ ਕੀਤੀ ਅਤੇ ਉਹ ਸਾਹਿਤਕ ਰਚਨਾਵਾਂ ਉਸ ਸਮੇਂ ਦੀ ਚਲੰਤ ਭਾਸ਼ਾ ਫਾਰਸੀ ਵਿੱਚ ਕੀਤੀਆਂ ਕਿ ਗੁਰੂ ਜੀ ਦੀ ਕਿਰਪਾ ਨੇ ਨਦਰੀ ਨਦਰ ਨਿਹਾਲ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਨੰਦ ਲਾਲ ਜੀ ਬਾਰੇ ਸਤਿਕਾਰ ਅਤੇ ਪਿਆਰ ਦੇ ਸ਼ਬਦ ਇਉਂ ਅੰਕਿਤ ਕੀਤੇ ਹਨ। ਨੰਦ ਲਾਲ ਤੋਂ ਹਮਰੋ ਦਾਤਾ, ਭਗਤ ਭਾਵ ਸੰਤਨ ਮਨ ਰਾਤਾ। ਭਾਈ ਨੰਦ ਲਾਲ ਜੀ ਨੇ ਜਿੱਥੇ ਜ਼ਿੰਦਗੀ ਨਾਮਹ, ਤੋਸੀਫੋ ਸਨਾਗੰਜ ਨਾਮਹ, ਦੀਵਾਨ ਗਇਆ ਆਦਿ ਕਈ ਪੁਸਤਕਾਂ ਰਚੀਆਂ। ਉੱਥੇ ਚੰਗੇ ਪ੍ਰਬੰਧ 'ਤੇ ਆਏ ਗਏ ਗੁਰਸਿੱਖਾਂ ਨੂੰ ਲੰਗਰ ਛਕਾਉਣ ਦੀ ਸੇਵਾ ਵੀ ਕਰਦੇ ਸਨ। ਭਾਵੇਂ ਹੋਰ ਵੀ ਕਈ ਸਿੱਖਾਂ ਦੇ ਘਰਾਂ ਵਿੱਚ ਵੀ ਲੰਗਰਾਂ ਦੇ ਪ੍ਰਬੰਧ ਹੁੰਦੇ ਸਨ, ਪਰ ਜਦ ਸੱਚੇ ਲਾਂਗਰੀਆਂ ਦੀ ਕਲਗੀਧਰ ਜੀ ਨੇ ਪ੍ਰੀਖਿਆ ਕੀਤੀ ਤਾਂ ਭਾਈ ਨੰਦ ਲਾਲ ਜੀ ਹੀ ਸੱਚੇ ਲਾਂਗਰੀ ਅਤੇ ਕਿਸੇ ਸਮੇਂ ਵੀ ਕੋਈ ਆਵੇ ਉਸ ਨੂੰ ਲੰਗਰ ਛਕਾਉਣ ਵਾਲੇ ਸੱਚੇ ਲਾਂਗਰੀ ਸਾਬਤ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।